ਧੰਨ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਦਇਆ ਕਪਾਹਾ ਸੰਤੋਖ ਸੂਤ, ਜਤ ਗੰਢੀ ਸਤ ਵਟ। ਇਹ ਜਨੇਊ ਜੀ ਕਾ ਹਈ ਤਾ ਪਾਂਡੇ ਘਤ। ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੈ ਨਾ ਜਾਏ। ਧੰਨ ਸੋ ਮਾਨਸ ਨਾਨਕਾ, ਜੋ ਗਲ ਚੱਲੇ ਪਾਏ। ਚੌਕੜ ਮੁੱਲ ਅਨਾਇਆ, ਬਹਿ ਚੌਂਕੈ ਪਾਇਆ। ਸਿੱਖਾ ਕੰਨ ਚੜਾਈਆ, ਗੁਰ ਬ੍ਰਾਹਮਣ ਥਿਆ। ਉਹ ਮੂਆ ਉਹ ਝੜ ਪਿਆ, ਵੇ ਧੱਗਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਆਸਾ ਕੀ ਵਾਰ ਦੀ ਪਾਵਨ ਵਿਚਾਰ। ਕੱਲ 15ਵੀਂ ਪੌੜੀ ਦੇ ਨਾਲ ਜੋ ਸ਼ਲੋਕ ਦਰਜ ਨੇ, ਉਹਦੇ ਬਾਰੇ ਭੂਮਿਕਾ ਜਿਹੜੀ ਆਪਾਂ ਆਰੰਭ ਕੀਤੀ ਸੀ। ਕਿਉਂਕਿ ਜਿਹੜਾ ਕੱਲ ਸ਼ਲੋਕ ਆਪਾਂ ਸ਼ੁਰੂ ਕੀਤਾ ਸੀ ਜਾਂ ਜਿਹਦਾ ਅੱਜ ਪਾਠ ਸਰਵਣ ਕੀਤਾ ਹੈ, ਦਇਆ ਕਪਾਹਾ ਸੰਤੋਖ ਸੂਤ, ਜਤ ਗੰਢੀ ਸਤ ਵਟ। ਇਹਦੇ ਬਾਰੇ ਦੋ ਚੀਜ਼ਾਂ ਬਹੁਤ ਜ਼ਰੂਰੀ ਸਨ। ਪਹਿਲੀ ਇਹਦੀ ਉਥਾਨਕਾ, ਜੋ ਸਾਨੂੰ ਗੁਰ ਇਤਿਹਾਸ ਬਖਸ਼ਿਸ਼ ਕਰਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਜਨੇਊ ਦੀ ਰਸਮ ਵੇਲੇ ਸਾਰਾ ਸਾਖੀ ਉਹ ਵੀ ਵੇਖਣੀ ਸੀ। ਦੂਸਰਾ ਸੀ ਕਿ ਚਿੰਨ੍ਹਾਂ ਦੀ ਮਹਾਨਤਾ ਕੀ ਹੈ। ਮੈਂ ਥੋੜ੍ਹੀ ਜਿਹੀ ਗੱਲ ਕਹਿ ਕੇ ਅੱਜ ਦੇ ਵਿਸ਼ੇ ਵੱਲ ਆਉਣਾ ਹੈ। ਇਹ ਯਾਦ ਰੱਖਿਓ, ਮੈਂ ਕੱਲ੍ਹ ਵੀ ਕਿਹਾ ਸੀ ਅਤੇ ਇਹ 2-3 ਦਿਨ ਵਿਸ਼ਾ ਚੱਲਣਾ ਹੈ। ਜਦੋਂ ਕੋਈ ਵੀ ਕਾਰਜ ਆਰੰਭ ਹੁੰਦਾ ਹੈ ਨਾ, ਉਹਨੂੰ ਸਮਝਾਇਆ ਜਿਹੜਾ ਚਿੰਨ੍ਹਾਂ ਦੇ ਰਾਹੀਂ ਜਾਂਦਾ ਹੈ। ਕੋਈ ਵੀ ਚੀਜ਼, ਮੈਂ 1-2 ਉਦਾਹਰਨਾਂ ਦੇ ਦਿੰਦਾ। ਇੱਕ ਛੋਟਾ ਜਿਹਾ ਬੱਚਾ ਬੋਲਣਾ ਸ਼ੁਰੂ ਕਰਦਾ ਹੈ। ਬੱਚਾ ਉਹ ਭਾਸ਼ਾ ਬੋਲਦਾ ਜਿਹੜੀ ਉਹਦੀ ਮਾਂ ਦੀ ਭਾਸ਼ਾ ਹੁੰਦੀ ਹੈ। ਜੇ ਮਾਂ ਹਿੰਦੀ ਬੋਲਦੀ ਹੈ, ਬੱਚਾ ਹਿੰਦੀ ਬੋਲੇਗਾ। ਮਾਂ ਪੰਜਾਬੀ ਬੋਲਦੀ ਹੈ, ਬੱਚਾ ਪੰਜਾਬੀ ਬੋਲੇਗਾ। ਜਿਹੜੀ ਸਾਡੀ ਭਾਸ਼ਾ ਹੈ, ਇਹਨੂੰ ਬਿਆਨ ਅਸੀਂ ਸ਼ਬਦਾਂ ਦੇ ਰਾਹੀਂ ਕਰਦੇ ਹਾਂ। ਜਿਹੜੇ ਸ਼ਬਦ ਨੇ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਚਿੰਨ੍ਹਾਂ ਦੇ ਰਾਹੀਂ ਪ੍ਰਗਟ ਕੀਤਾ ਜਾਂਦਾ ਹੈ। ਇਹਨੂੰ ਫੇਰ ਸਮਝ ਲਿਓ, ਜਦੋਂ ਤੋਂ ਵੀ ਅੰਗਰੇਜ਼ੀ ਬਣੀ ਹੈ ਉਦੋਂ ਤੋਂ ਏ ਫॉर ਐਪਲ ਚੱਲਦਾ ਆ ਰਿਹਾ ਹੈ। ਏ ਦੀ ਸ਼ੇਪ ਉਹੀ ਹੋਈ ਹੈ ਨਾ, ਚਲੋ ਇੱਕ ਛੋਟੀ ਏ ਇੱਕ ਵੱਡੀ ਏ ਹੋ ਗਈ। ਏ ਦੀ ਸ਼ੇਪ ਉਹੋ ਹੀ ਹੈ ਜੋ ਅੱਜ ਤੋਂ ਕਈ 100 ਸਾਲ ਪਹਿਲਾਂ ਸੀ। ਜਿਹੜੀ ਊੜੇ ਦੀ ਸ਼ੇਪ ਹੈ ਉਹ ਅੱਜ ਵੀ ਉਹੋ ਹੀ ਹੈ ਜਿਹੜੀ ਕਈ 100 ਸਾਲ ਪਹਿਲਾਂ ਸੀ। ਊੜਾ ਆਪਣੇ ਆਪ ਦੇ ਵਿੱਚ ਕੋਈ ਹੋਂਦ ਨਹੀਂ ਰੱਖਦਾ, ਪਰ ਇੱਕ ਚਿੰਨ੍ਹ ਦੇ ਦਿੱਤਾ ਗਿਆ। ਊੜੇ ਦੇ ਨਾਲ ਕੁਝ ਅੱਖਰ ਜੋੜ ਕੇ, ਕੁਝ ਚਿੰਨ੍ਹ ਜੋੜ ਕੇ ਤੇ ਇੱਕ ਸ਼ਬਦ ਬਣਾ ਕੇ ਤੇ ਆਪਣੇ ਅੰਦਰ ਦੀ ਭਾਵਨਾ ਲੋਕਾਂ ਦੇ ਸਾਹਮਣੇ ਰੱਖ ਦਿੱਤੀ ਜਾਂਦੀ ਹੈ। ਗੱਲ ਕਹਿਣੀ ਬੋਲਨੇ ਹੈ, ਪਰ ਉਹ ਬੋਲ ਨੂੰ ਜਦੋਂ ਪ੍ਰਗਟ ਕਰਾਂਗੇ ਲਿਖਤੀ ਰੂਪ ਦੇ ਵਿੱਚ, ਉਦੋਂ ਚਿੰਨ੍ਹਾਂ ਦੀ ਲੋੜ ਪਵੇਗੀ। ਮੈਂ ਕੱਲ ਦੂਸਰੀ ਉਦਾਹਰਨ ਦਿੱਤੀ ਸੀ, ਜਦੋਂ ਅਸੀਂ ਟ੍ਰੈਫਿਕ ਦੇ ਵਿੱਚ ਚੱਲਦੇ ਹਾਂ, ਇਹ ਉਦੋਂ ਵੀ ਜਿਹੜੇ ਚਿੰਨ੍ਹ ਨੇ ਉਹ ਸਾਡੇ ਕੰਮ ਕਰਦੇ ਨੇ। ਉਸ ਤੋਂ ਬਾਅਦ ਇਹ ਜਦੋਂ ਭਾਸ਼ਾ ਨਹੀਂ ਸੀ ਹੁੰਦੀ, ਥੋੜ੍ਹਾ ਜਿਹਾ ਇਹ ਵੀ ਮੈਂ ਦੇਖ ਦੇਵਾਂ, ਜਦੋਂ ਬੋਲੀ ਹੋਂਦ 'ਚ ਨਹੀਂ ਸੀ ਆਈ, ਮਨੁੱਖ ਜਿਹੜਾ ਜੰਗਲਾਂ ਦੇ ਵਿੱਚ ਰਹਿੰਦਾ ਸੀ, ਉਦੋਂ ਕੀ ਹੋਣਾ ਕਿ ਮਨੁੱਖ ਨੇ ਆਪਣੀ ਵੇਦਨਾ ਇਸ਼ਾਰਿਆਂ ਦੇ ਨਾਲ ਕਰਨੀ।
ਇਹ ਜਿਵੇਂ ਪੇਟ ਦੀ ਭੁੱਖ ਲੱਗਣੀ ਤੇ ਪੇਟ ਤੇ ਹੱਥ ਮਾਰਨਾ, ਪਿਆਸ ਲੱਗਣੀ, ਉਹਦਾ ਵੱਖੋ ਵੱਖ ਇਹਨਾਂ ਇਸ਼ਾਰਿਆਂ ਤੋਂ ਹੌਲੀ ਹੌਲੀ ਜਿਉਂ-ਜਿਉਂ ਮਨੁੱਖ ਦੀ ਬੁੱਧੀ ਤੀਖਣ ਹੁੰਦੀ ਗਈ ਇਹ ਸ਼ਬਦਾਂ ਦਾ ਵਿਕਾਸ ਹੋਇਆ। ਅੱਜ ਜਿੰਨੇ ਮਰਜ਼ੀ ਸਾਡੇ ਕੋਲ ਸ਼ਬਦ ਨੇ, ਪਰ ਯਾਦ ਰੱਖੋ ਇਹ ਵੀ ਕੇਵਲ ਤੇ ਕੇਵਲ ਚਿੰਨ੍ਹ ਨੇ, ਅਰਥ ਉਹੀਓ ਹੀ ਨੇ। ਉਦੋਂ ਕੋਈ ਪੇਟ ਤੇ ਹੱਥ ਮਾਰਦਾ ਸੀ, ਅਰਥ ਸੀ ਮੈਨੂੰ ਭੁੱਖ ਲੱਗੀ ਹੈ। ਅੱਜ ਕੋਈ ਸ਼ਬਦਾਂ ਦੇ ਨਾਲ ਕਹਿੰਦਾ ਮੈਨੂੰ ਰੋਟੀ ਦਿਓ, ਅਰਥ ਫਿਰ ਵੀ ਇਹੋ ਹੀ ਆ ਕਿ ਮੈਨੂੰ ਭੁੱਖ ਲੱਗੀ ਹੈ। ਸੋ ਜਿਹੜੇ ਚਿੰਨ੍ਹ ਨੇ, ਇਹ ਚਿੰਨ੍ਹਾਂ ਤੋਂ ਬਿਨਾਂ ਜ਼ਿੰਦਗੀ ਨਹੀਂ ਚੱਲ ਸਕਦੀ। ਪਰ ਚਿੰਨ੍ਹ ਸਾਰਾ ਕੁਝ ਨਹੀਂ ਹੈਗੇ, ਇਹਨੂੰ ਫਿਰ ਸਮਝਿਓ। ਸ਼ਬਦ ਮੈਂ ਜਿਵੇਂ ਉਦਾਹਰਨ ਦਿੱਤੀ ਕਿ ਪ੍ਰਸ਼ਾਦਾ ਮੰਗਦੇ ਹਾਂ, ਅਸੀਂ ਕਹਿੰਦੇ ਹਾਂ ਕਿ ਮੈਂ ਰੋਟੀ ਖਾਣੀ ਹੈ, ਇਹ ਚਿੰਨ੍ਹ ਨੇ, ਚਿੰਨ੍ਹਾਂ ਦੇ ਰਾਹੀਂ ਪ੍ਰਗਟ ਕਰ ਦਿੱਤਾ। ਪਰ ਜਿਹੜੀ ਭੁੱਖ ਹੈ ਉਹ ਚਿੰਨ੍ਹਾਂ ਨੇ ਨਹੀਂ ਮਿਟਾਉਣੀ, ਜਿਹੜੀ ਭੁੱਖ ਉਹ ਪ੍ਰਸ਼ਾਦੇ ਨੇ ਮਿਟਾਉਣੀ ਹੈ। ਚਿੰਨ੍ਹਾਂ ਦੇ ਰਾਹੀਂ ਗਿਆਨ ਆ ਸਕਦਾ ਹੈ, ਚਿੰਨ੍ਹਾਂ ਦੇ ਨਾਲ ਤ੍ਰਿਪਤੀ ਨਹੀਂ। ਬਾਹਰੀ ਚਿੰਨ੍ਹ ਤਾਂ ਦਿੱਤੇ ਨੇ ਕਿ ਤੈਨੂੰ ਗਿਆਨ ਰਵੇ ਕਿ ਤੂੰ ਧਰਮੀ ਹੈ ਤੇ ਤੇਰੇ ਆਹ ਫਰਜ਼ ਨੇ, ਪਰ ਚਿੰਨ੍ਹਾਂ ਦੀ ਮਹਾਨਤਾ ਤਾਂ ਹੈ ਜੇ ਚਿੰਨ੍ਹਾਂ ਨੂੰ ਸਮਝ ਕੇ ਹੋਏ ਅੰਦਰੋਂ ਪਰਿਪੂਰਨ ਪਰਮਾਤਮਾ ਦੇ ਨਾਲ ਜੁੜ ਗਿਆ। ਜਿਸ ਦਿਨ ਅੰਦਰੋਂ ਪਰਮਾਤਮਾ ਦਾ ਸਿਧਾਂਤ ਗਵਾਚ ਗਿਆ, ਉਸ ਦਿਨ ਯਾਦ ਰੱਖੀ ਗੁਰੂ ਸਾਹਿਬ ਕਹਿਣਗੇ ਚਿੰਨ੍ਹਾਂ ਦੀ ਕੋਈ ਮਹਾਨਤਾ ਨਹੀਂ ਰਹਿ ਜਾਂਦੀ। ਉਸ ਵੇਲੇ ਕੋਈ ਚਿੰਨ੍ਹਾਂ ਦੀ ਮਹਾਨਤਾ ਨਹੀਂ। ਮੈਨੂੰ ਯਾਦ ਹੈ ਇੱਕ ਵਾਰ ਪ੍ਰੋਫੈਸਰ ਪੂਰਨ ਸਿੰਘ ਹੁਣਾਂ ਨੂੰ ਨਾ ਕਿਸੇ ਨੇ ਸਵਾਲ ਕੀਤਾ ਸੀ, ਕਹਿਣ ਲੱਗੇ ਚਿੰਨ੍ਹਾਂ ਦੀ ਮਹਾਨਤਾ ਕੀ ਹੈ। ਪ੍ਰੋਫੈਸਰ ਪੂਰਨ ਸਿੰਘ ਹੁਣਾਂ ਨੇ ਬਹੁਤ ਸੋਹਣਾ ਜਵਾਬ ਦਿੱਤਾ। ਕਹਿਣ ਲੱਗੇ ਇੱਕ ਸੁਹਾਗਣ ਦੇ ਹੱਥਾਂ ਦੇ ਵਿੱਚ ਚੂੜਾ ਪਾਇਆ ਹੋਇਆ ਹੈ, ਮਾਂਗ ਦੇ ਵਿੱਚ ਸੰਧੂਰ ਹੈ, ਗਲ ਦੇ ਵਿੱਚ ਮੰਗਲ ਸੂਤਰ ਹੈ। ਜੇ ਉਸ ਸੁਹਾਗਵਤੀ ਨੂੰ, ਉਸ ਬੀਬੀ ਨੂੰ ਪੁੱਛੋ ਚੂੜੇ ਦੇ ਕੀ ਅਰਥ ਨੇ, ਮੰਗਲ ਸੂਤਰ ਦੇ ਕੀ ਅਰਥ ਨੇ, ਮਾਂਗ ਦੇ ਵਿੱਚ ਪਾਏ ਹੋਏ ਸੰਧੂਰ ਦੇ ਕੀ ਅਰਥ ਨੇ, ਕਹਿਣ ਲੱਗੇ ਉਹ ਇੱਕੋ ਗੱਲ ਆਖੇਗੀ, ਮੈਨੂੰ ਚੂੜੇ ਦੇ ਅਰਥਾਂ ਦਾ ਨਹੀਂ ਪਤਾ, ਮੈਨੂੰ ਸੰਧੂਰ ਦੇ, ਮੈਨੂੰ ਮੰਗਲ ਸੂਤਰ ਦੇ ਅਰਥਾਂ ਦਾ ਨਹੀਂ ਪਤਾ। ਹਾਂ ਇਹ ਨਿਸ਼ਾਨੀਆਂ, ਇਹ ਪ੍ਰਤੀਕ ਨੇ ਕਿ ਮੈਂ ਸਾਈਂ ਵਾਲੀ ਹਾਂ, ਮੇਰੇ ਸਿਰ ਤੇ ਮੇਰਾ ਖਸਮ ਖਲੋਤਾ ਹੋਇਆ ਏ। ਤੇ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਹੁੰਦੇ ਨੇ, ਸਿੰਘੋ ਮਤ ਪੁੱਛੋ ਚਿੰਨ੍ਹਾਂ ਦੇ ਅਰਥ ਕੀ ਬਣਦੇ ਨੇ। ਇੱਕ ਗੱਲ ਯਾਦ ਰੱਖਿਓ, ਇੱਕ ਬੱਚੀ ਦੇ ਹੱਥਾਂ ਦੇ ਵਿੱਚ ਚੂੜਾ, ਮਾਂਗ 'ਚ ਸੰਧੂਰ 'ਚ, ਗਲ 'ਚ ਮੰਗਲ ਸੂਤਰ ਹੋਵੇ, ਉਹਦਾ ਪ੍ਰਤੀਕ ਉਹ ਸਾਈਂ ਵਾਲੀ ਹੈ। ਜਿਹੜਾ ਬਾਣੀ ਬਾਣੇ ਦਾ ਧਾਰਨੀ ਹੋਵੇ, ਇਹਦਾ ਅਰਥ ਉਹ ਗੁਰੂ ਵਾਲਾ ਹੈ, ਉਹਦੇ ਸਿਰ ਤੇ ਗੁਰੂ ਗੋਬਿੰਦ ਸਿੰਘ ਖਲੋਤਾ ਹੋਇਆ ਹੈ। ਆਹ ਚਿੰਨ੍ਹਾਂ ਦੇ ਅਰਥ ਨੇ। ਇੱਕ ਤੁਸੀਂ ਸੁਹਾਗਣ ਨੂੰ ਪੁੱਛੋ ਚਿੰਨ੍ਹਾਂ ਦੇ ਕੀ ਅਰਥ ਨੇ, ਹੋ ਸਕਦਾ ਉਹ ਨਾ ਦੱਸੇ, ਪਰ ਉਹਦੇ ਪਾਏ ਹੋਏ ਜਿਹੜੇ ਚਿੰਨ੍ਹ ਨੇ, ਚੂੜਾ ਪਾਇਆ ਹੋਇਆ, ਇਹ ਪ੍ਰਤੀਕ ਹੈ ਕਿ ਇਹ ਜਿਹੜੀ ਬੱਚੀ ਹੈ ਇਹ ਖਸਮ ਵਾਲੀ, ਇਹ ਸਾਈਂ ਵਾਲੀ ਹੈ। ਸਾਡੇ ਸ੍ਰੀ ਸਾਹਿਬ ਪਾਈ ਹੋਈ, ਸਾਡੇ ਕਕਾਰ ਪਾਏ ਹੋਏ, ਇਹ ਸੰਕੇਤ ਨੇ ਕਿ ਇਹ ਮਨੁੱਖ ਗੁਰੂ ਵਾਲਾ ਹੈ। ਪਰ ਅੰਦਰੋਂ ਸਿਧਾਂਤ ਗਵਾਚ ਜਾਵੇ, ਮਾਫ ਕਰਨਾ, ਸਾਈਂ ਵਾਲੀ ਉਹਨੂੰ ਆਖਿਆ ਜਾਂਦਾ ਹੈ ਜਿਹਦਾ ਨੇ ਇੱਕ ਸਾਈਂ ਦੇ ਨਾਲ ਹੈ। ਜਿਹੜੀ ਥਾਂ ਥਾਂ 'ਤੇ ਨੇ ਲਾਉਣ ਲੱਗੇ, ਉਹਦੇ ਲਈ ਸ਼ਬਦ ਅਸੀਂ ਸਾਈਂ ਵਾਲੀ ਸੁਹਾਗਣ ਨਹੀਂ ਵਰਤਦੇ। ਇਸੇ ਤਰੀਕੇ ਦੇ ਨਾਲ ਜਿਸ ਦਿਨ ਅੰਦਰੋਂ ਇੱਕ ਰੱਬ ਨੂੰ ਭੁੱਲ ਕੇ ਥਾਂ ਥਾਂ 'ਤੇ ਮੱਥੇ ਰਗੜਨ ਲੱਗ ਪਿਆ, ਉਸ ਦਿਨ ਤੇਰੇ ਚਿੰਨ੍ਹਾਂ ਦੇ ਕੋਈ ਅਰਥ ਨਹੀਂ ਰਹਿਣਗੇ। ਚਿੰਨ੍ਹਾਂ ਦੇ ਅਰਥ ਨੇ, ਚੂੜੇ ਦੇ ਅਰਥ ਨੇ ਜੇ ਸਾਈਂ ਹੈ। ਜੇ ਸਾਈਂ ਨਾ ਰਿਹਾ ਤੇ ਹੱਥ 'ਚ ਚੂੜਾ ਨਹੀਂ ਰਹਿੰਦਾ। ਗੁਰਮੁਖੋ ਕਕਾਰ ਉਹਨਾਂ ਚਿਰ ਨੇ ਜਿੰਨਾ ਚਿਰ ਅੰਦਰ ਗੁਰੂ ਹੈ। ਜਿਸ ਦਿਨ ਅੰਦਰੋਂ ਗੁਰੂ ਦਾ ਸਿਧਾਂਤ ਗਵਾਚ ਗਿਆ, ਉਸ ਦਿਨ ਪਾਈਆਂ ਹੋਈਆਂ ਕਿਰਪਾਨਾਂ, ਪਾਏ ਹੋਏ ਜਨੇਊ ਵੀ ਕਿਸੇ ਅਰਥ ਨਹੀਂ ਰਹਿ ਜਾਣੇ। ਸੋ ਮੈਂ ਇਹ ਗੱਲ ਨੂੰ ਜ਼ਿਆਦਾ ਨਾ ਖੜਾ, ਕਿਉਂਕਿ ਇਹਦੇ ਬਾਰੇ ਆਪਾਂ ਕੱਲ ਪੂਰਾ ਸਮਾਂ ਇਹਦੇ ਤੇ ਲਾਇਆ ਸੀ। ਜਿਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਮੈਂ ਉਸੇ ਗੱਲ ਤੇ ਲਿਆਵਾਂ, ਜਨੇਊ ਪਾਉਣ ਲੱਗੇ, ਸਤਿਗੁਰਾਂ ਨੇ ਕਿਹਾ ਕਿ ਤੁਹਾਡਾ ਇਹ ਕੱਤਿਆ ਹੋਇਆ ਜਨੇਊ ਨਹੀਂ ਪਾਉਣਾ। ਜੇ ਕੁਝ ਮੈਂ ਜਨੇਊ ਦੱਸਦਾ ਜੀ ਦਾ ਉਹ ਹੈਗਾ ਤੇ ਮੈਨੂੰ ਦੱਸੋ। ਪੰਡਿਤ ਕਹਿਣ ਲੱਗਾ ਮੇਰੇ ਕੋਲ ਹੈ ਨਹੀਂ, ਤੁਸੀਂ ਮੈਨੂੰ ਦੱਸ ਦਿਓ। ਉੱਥੇ ਫਿਰ ਸਾਡਾ ਇਤਿਹਾਸ ਕਹਿੰਦਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਮੁਖਾਰ ਬਿੰਦ ਤੋਂ ਜਿਹੜਾ ਸ਼ਲੋਕ ਉਚਾਰਨ ਕੀਤਾ। ਤੇ ਯਾਦ ਰੱਖਿਓ, ਜਿਸ ਵੇਲੇ ਮੈਂ ਕੱਲ ਵੀ ਮਾਹੌਲ ਬਣਾਇਆ ਸੀ ਕਿ ਗੁਰੂ ਨਾਨਕ ਸਾਹਿਬ ਬੈਠੇ ਹੋਏ ਨੇ, ਸਾਰੇ ਆਲੇ ਦੁਆਲੇ ਭੈਣ ਭਰਾ ਰਿਸ਼ਤੇਦਾਰ ਮੋਤਬਾਰ ਲੋਕ ਜਿਹੜੇ ਨੇ, ਕੁਝ ਧਰਮੀ ਕੁਝ ਸਮਾਜਿਕ ਖਲੋਤੇ ਹੋਏ ਨੇ। ਉੱਥੇ ਅਗੰਮੀ ਜੋਤ ਫਿਰ ਬੋਲਦੀ ਹੈ ਕਿ ਜਨੇਊ ਦੇ ਅਰਥ ਕੀ ਨੇ। ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤਾ। ਇਹ 15ਵੀਂ ਪੌੜੀ ਦੇ ਨਾਲ, ਆਸਾ ਦੀ ਵਾਰ ਦੇ ਨਾਲ ਪਹਿਲਾ ਸ਼ਲੋਕ ਹੈ ਜੀ। ਸਤਿਗੁਰਾਂ ਦੀ ਬਖਸ਼ਿਸ਼ ਕੀਤੀ। ਸ਼ਲੋਕ ਮਹੱਲਾ ਪਹਿਲਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਹ ਪਾਵਨ ਉਚਾਰਨ ਕੀਤਾ ਹੋਇਆ ਸ਼ਲੋਕ। ਸਤਿਗੁਰ ਕਹਿਣਗੇ ਦਇਆ ਕਪਾਹਾ ਸੰਤੋਖ ਸੂਤ ਜਤ ਗੰਢੀ ਸਤ ਵਟ। ਇਹਨੂੰ ਧਿਆਨ ਨਾਲ ਸਮਝ ਲਈਏ। ਜਦੋਂ ਜਨੇਊ ਬਣਾਇਆ ਜਾਂਦਾ ਹੈ ਨਾ, ਸਭ ਤੋਂ ਪਹਿਲਾਂ ਜਿਹੜੀ ਹੈ ਖੇਤਾਂ ਦੇ ਵਿੱਚੋਂ ਕਪਾਹ ਲਈ ਜਾਂਦੀ ਹੈ। ਕਪਾਹ ਨੂੰ ਵੇਲ ਕੇ ਉਹਦਾ ਸੂਤ ਕੱਟਿਆ ਜਾਂਦਾ ਹੈ। ਸੂਤ ਨੂੰ ਜਿਹੜੀਆਂ ਨੇ ਵੱਟ ਚਾੜ ਕੇ ਤੇ ਗੰਢਾਂ ਦਿੱਤੀਆਂ ਜਾਂਦੀਆਂ ਨੇ। ਜਿਸ ਤਰੀਕੇ ਦੇ ਨਾਲ ਜਨੇਊ ਬਣਾਇਆ ਜਾਂਦਾ ਹੈ, ਇਹ ਬਾਹਰੀ ਜਨੇਊ ਹੈ। ਸਤਿਗੁਰੂ ਕਹਿਣ ਲੱਗੇ ਪੰਡਿਤ ਜੀ ਕਪਾਹ ਲਾਓ,
पर कपाह जिहड़ी वो खेतां वाली नहीं। खेतां वाली कपाह अगे जाके जिक्र आना है, वो मूआ वो झड़ पिया वे तग्गा गया, ये कपाह तो सड़ जानी है, ये राख हो जाएगी। जे कपाह लैनी है तो दया की कपाह लो। ये मैं अखरी अर्थ कर देवां फिर भाव अर्थ वाला जावांगे। कह लगे कपाह जिहड़ी दया दी होवे ते जिहड़ा कपाह नूं वेल के सूत बनना है वो संतोख दा होवे। दया कपाह, संतोख सूत, जत। जत का अर्थ है जी उच्चा सुच्चा करैक्टर, उच्चा सुच्चा जीवन, विकारां तो उपर उठना। कहते जत दियां गंढां होण। सत वट, सत का अर्थ है सच, मनुख की जुबान ते हर वेले सच होवे, उस सच का जिहड़ा तुसीं वट चाढ़ो। अगे सतगुरु कह लगे यह जनेऊ जी का, इत्थे कल्ला पाठ जी नहीं करना, ऐड़ा लगा होया, ऐड़े की बिल्कुल ऐड़ा मुक्ता है, हल्की जी आवाज़ आएगी, ऐड़ा मुक्ता आ इन्नी क आवाज़ होंदी है इहदा जी कल्ला जी नहीं, एक जी एक जी, यदि थोड़ी लमकावी आवाज़ है। यह जनेऊ जी का कहन लगे गुरु नानक साहब, हे पंडित जी ये जिहड़ा जनेऊ है ना ये जिंद दा है। हई, हई का अर्थ तेरे कोल है, तेरे कोल ये है जो जनेऊ। हई ता पांडे घत, घत ये लहिंदी का शब्द, यदा अर्थ पा दिओ। कहन लगे पांडे जी पंडित जी जे आ जनेऊ तुहाडे कोल हैगा है ना, तुसीं मैनू पा दिओ, ये जनेऊ मैं पाउण तो नहीं डकांगा। ये पहलियां दो पंक्तियां दे अखरी अर्थ ने। हुण मैं थोड़ा जिहा भाव अर्थ कर देना। याद रखियो धर्म जिहड़ा वो दया तो आरंभ हुंदा है। जिथे दया नहीं होएगी उत्थे कदी भी धर्म नहीं जी हो सकता। चलो इंसानी जे धर्म की गल आपां एक पक्ष रख दईए, इंसानी जामा देखते हैं, जिस मनुख के अंदर दया नहीं वो मनुख नूं असीं इंसान भी नहीं कह सकते। जिहड़ा निर्दयी है, जिहड़ा किसी ते तरस नहीं कर सकता, वो जानवर तो हो सकता, उन्होंने असीं बंदा नहीं कह सकते। इस करके जो दया नूं लिआंदा गया ना गुरु नानक साहब महाराज जी ने, तो ये गल बिल्कुल स्पष्ट की। एक जपजी साहब दे विच मैं पिछले दिनों भी बचन अर्ज किया सी कि धौल धर्म, धौल रूपी जिहड़ा है धर्म, जिहड़ा धौल रूपी है बल्द, जिहड़ा सतगुरु कहंदे जिन्हें चुकी हुई है ना धरती, मन वो धर्म रूपी है। धर्म के सिर ते आसरे धरती खलोती है। पर यह कित्थों पैदा होंदा है धर्म? कह लगे दया का पूत। धर्म जिहड़ा दया तो पैदा होंदा है। तो कमाल की गल है, जिस पहले जामे दे विच गुरु नानक साहब कह रहे हैं कि पहला दया होएगी, दया चो धर्म निकलेगा। गुरु कलगीधर पातशाह जी ने सानू लड़ी ही इसे चीज़ की परो के रख दी। तुसीं पंज प्यारे साहबाना के नाम पढ़ो, पहला की है भाई दया सिंह जी। दया होएगी तो धर्म पैदा होएगा, धर्म पैदा होएगा तो धर्म दे विचों हिम्मत आएगी, हिम्मत आएगी तो मोकम, मोकम का अर्थ होंदा दृढ़ता। मोकम होएगा जो धर्म ते दृढ़ विश्वास हो गया, हिम्मत आ गई, जिस दिन आ चार चीज़ां हो गई अगे फिर साहिब की प्राप्ति हो जाएगी। दया, धर्म, हिम्मत, मोकम, साहिब। ये पंजवां स्टैप अगे जाके साहिब है। धर्म जिहड़ी दया है ये सब तो पहला मूल है। तो दया कली सतगुरां ने सानू करने वास्ते नहीं कहा। कई बारी मन च इदां हुंदा है आम मनुख के सुभाਅ है, असीं तुहानू गल कह देने अपने उत्ते लागू नहीं करते। जिन्हों बाणी कहती अवर उपदेसै आप ना करै आवत जावत जन्मै मरे। दूसरे दे उत्ते थोप देनी, अपने अंदर ना होनी। गुरबाणी इस चीज़ नूं नहीं मानती। जे गुरु नानक साहब कहते हैं कि दया धर्म का मूल है, तो याद रखियो परमात्मा दे लई जे पहला शब्द वरतिया जाता वो दयालु ही वरतिया जाता है। किन्ने परमात्मा दे लई असीं दयालु, दाता, करुणा निध शब्द वरतते हैं। करुणा का अर्थ होंदा तरस। ये अनेकां शब्द परमात्मा दे लई वरते जाते हैं, क्योंकि सब तो पहला परमात्मा आप दयावान है। तो जे गुरमुखो परमात्मा दयावान ना होवे तो असीं कदे दे भुखे मर जाइए होइए। मैं एक छोटी जी उदाहरण दे देना। जिहड़ा साडा नेचर है, साडा सुभाਅ है, साडे हिसाब नाल वो मनुख सही है जिहड़ा साडे नाल सहमत है। जिहनूं जिहड़ा सानू मंदा बोलदा है, जिहड़ा साडे नाल सहमत नहीं, उन्नूं असीं जिहड़ा प्रवान नहीं करदे, उन्नूं असीं जिहड़ा है वो नाम आदर मान नाल सत्कार देने, रोटी कित्थों देवांगे। तो देखो परमात्मा का एक सिद्धांत है, गुरबाणी का सिद्धांत है कि अकिरत घणा नूं पालदा, वो अकिरत घणा नूं भी पालदा पिया है। जिहड़ा मनुख सवेर तो लैके रात तक माला फड़ के गुरु गुरु जपदा, रोटी उन्नूं भी मिलदी है। जिहड़ा सवेर तो लैके रात तक परमात्मा नूं गालां कढदा, रात नूं रोटी उन्नूं भी मिलदी है। कदी ये तुसीं वेख्या कि अज इन्ने परमात्मा नूं गालां कढीਆਂ तो इनू रोटी ना मिली होवे? नहीं, वो दया की मूर्त है। वो परमात्मा हमेशा ही बराबर दी सारिਆਂ दे उत्ते दया पिया करदा। ये परमात्मा का बहुत वड्डा गुण है।
ਤੇ ਜਦੋਂ ਮਨੁੱਖ ਪ੍ਰਮਾਤਮਾ ਦੇ ਨਾਲ ਜੁੜਦਾ ਉਹਦੇ ਅੰਦਰ ਇਹ ਗੁਣ ਆਉਣੇ ਸ਼ੁਰੂ ਹੋ ਜਾਂਦੇ ਨੇ। ਤੇ ਮੈਂ ਬੇਨਤੀ ਕਰਾਂ, ਜੇ ਅਸੀਂ ਧਰਮੀ ਬਣਨਾ ਹੈ ਨਾ, ਸਭ ਤੋਂ ਪਹਿਲਾਂ ਅੱਜ ਗੁਰੂ ਨਾਨਕ ਸਾਹਿਬ ਸਾਨੂੰ ਗੁਣ ਦੱਸ ਰਹੇ ਨੇ ਕਿ ਭਲਿਆ ਤੇਰੇ ਅੰਦਰ ਦਇਆ ਹੋਣੀ ਅਤ ਜ਼ਰੂਰੀ ਹੈ। ਪਰ ਸਾਡੇ ਅੰਦਰ ਦਇਆ ਨਾਂ ਦੀ ਕੋਈ ਚੀਜ਼ ਨਹੀਂ, ਤਰਸ ਨਾਂ ਦੀ ਕੋਈ ਚੀਜ਼ ਨਹੀਂ। ਸਾਨੂੰ ਤਰਸ ਆਉਂਦਾ ਏ ਜਿਹੜੇ ਸਾਡੀ ਚਾਪਲੂਸੀ ਕਰਦੇ ਨੇ। ਜਿਹੜਾ ਮਨੁੱਖ ਸਾਡੀ ਗੱਲ ਦਾ ਬਰਾਬਰ ਦਾ ਜਵਾਬ ਦੇ ਦੇਵੇ, ਉਹ 'ਤੇ ਸਾਨੂੰ ਕਦੀ ਦਇਆ ਨਹੀਂ ਆਉਂਦੀ, ਕਦੀ ਤਰਸ। ਅਸੀਂ ਤਾਂ ਆਪਣੀਆਂ ਪਰਿਭਾਸ਼ਾ ਬਣਾਈਆਂ ਨਹੀਂ ਹਰੇਕ ਚੀਜ਼ ਦੀਆਂ। ਸਤਿਗੁਰੂ ਕਹਿੰਦੇ ਨਹੀਂ, ਦਇਆ ਹੈ ਹੀ ਉਹ ਚੀਜ਼। ਮੈਂ ਪਿਛਲੇ ਦਿਨਾਂ ਦੇ ਵਿੱਚ ਪਰਉਪਕਾਰ ਦੇ ਅਰਥ ਕੀਤੇ ਸਨ। ਇਹ ਪਰਉਪਕਾਰ 'ਚੋਂ ਪੈਦਾ ਹੁੰਦੀ ਹੈ। ਜਿਹਨੂੰ ਨਹੀਂ ਵੀ ਤੂੰ ਜਾਣਦਾ, ਜੇ ਉਹਦੇ ਔਗਣ ਵੀ ਵੇਖਦਾ, ਔਗਣਾਂ ਨੂੰ ਵੇਖ ਕੇ ਵੀ ਜੇ ਉਹਦੇ 'ਤੇ ਤੂੰ ਦਇਆ ਕਰ ਦੇਵੇਂ, ਜੇ ਉਹਦਾ ਕੰਮ ਕਰ ਦੇਵੇਂ, ਉਹਨੂੰ ਦਇਆ ਕਹਿੰਦੇ ਨੇ। ਇਹਨੂੰ ਗੁਰਮਤਿ ਨੇ ਪ੍ਰਵਾਨ ਕੀਤਾ ਹੈ। ਜਦੋਂ ਗਣਕਾ ਦਾ ਜ਼ਿਕਰ ਪੜ੍ਹਿਆ ਕੀਤਾ ਜਾਂਦਾ ਹੈ ਨਾ, ਇੱਕ ਸਾਧੂ ਗਣਕਾ ਦੇ ਘਰ ਦੇ ਵਿੱਚ ਚਲਿਆ ਜਾਂਦਾ ਹੈ। ਗਣਕਾ ਜਿਹੜੀ ਵਿਕਾਰਾਂ ਦੇ ਵਿੱਚ ਖਚਿਤ ਹੈ। ਭਾਈ ਗੁਰਦਾਸ ਜੀ ਉੱਥੇ ਲਿਖਦੇ ਨੇ, ਦੁਰਮਤ ਦੇਖ ਦਇਆਲ ਹੋਏ। ਮੈਂ ਸਾਖੀ ਨਹੀਂ ਸੁਣਾਉਣੀ, ਕਹਿੰਦੇ ਉਹਦੀ ਭੈੜੀ ਮੱਤ ਵੇਖੀ। ਸਾਡੇ ਵਰਗਾ ਕੋਈ ਧਰਮੀ ਹੁੰਦਾ ਨਾ, ਉਹਨੂੰ ਲਾਹਨਤਾਂ ਪਾ ਕੇ ਆ ਜਾਂਦਾ, ਪਰ ਉਹ ਬਜ਼ੁਰਗ, ਉਹ ਮਹਾਤਮਾ, ਉਹ ਸੰਤ ਰੱਬ ਦੀ ਮੂਰਤ ਸੀ। ਉਹਨੇ ਭੈੜੀ ਮੱਤ ਵੇਖ ਕੇ ਵੀ ਦਇਆ ਦੇ ਘਰ ਦੇ ਵਿੱਚ ਆ ਕੇ ਉਹਨੂੰ ਰਾਮ ਦੇ ਨਾਮ ਦੀ ਚਿਟਕ ਲਾ ਕੇ ਰੱਖ ਦਿੱਤੀ। ਆ ਇਹ ਦਇਆ ਦੀ ਮੂਰਤ। ਜੇ ਤੁਹਾਡੇ ਕੋਲ ਗੁਣ ਹੋਵੇ, ਮੈਂ ਪਿਛਲੇ ਦਿਨਾਂ ਕਿਹਾ ਸੀ ਕਿ ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈ। ਜੇ ਤੁਹਾਡੇ ਕੋਲ ਗੁਣ ਹੈ, ਗੁਰਮੁਖੋ ਕੋਈ ਮਨੁੱਖ ਵੀ ਤੁਹਾਡੇ ਕੋਲ ਚੱਲ ਕੇ ਆਉਂਦਾ, ਉਹਦਾ ਕਰੈਕਟਰ ਮਤ ਦੇਖੋ, ਉਹਦਾ ਤੁਸੀਂ ਕਰੈਕਟਰ ਦੇਖੋਗੇ, ਕੁਝ ਦੇ ਨਹੀਂ ਸਕੋਗੇ। ਜੇ ਤੁਹਾਡੇ ਕੋਲ ਗੁਰੂ ਦਾ ਸ਼ਬਦ ਗੁਣ ਹੈ, ਜਿਹੜਾ ਵੀ ਚੰਗਾ ਜਾਂ ਮੰਦਾ ਆਉਂਦਾ ਹੈ, ਤੁਸੀਂ ਕੋਸ਼ਿਸ਼ ਕਰੋ ਉਹਨੂੰ ਦੋ ਬਚਨ ਗੁਰੂ ਦੇ ਸੁਣਾ ਦਿਓ। ਗੁਰੂ ਦੇ ਬਚਨ 'ਚ ਤਾਕਤ ਹੈ ਕਿ ਉਹਦੇ ਇੱਕ ਮਾੜੇ ਕਰੈਕਟਰ ਨੂੰ ਚੁੱਕ ਕੇ ਪ੍ਰਮਾਤਮਾ ਤੱਕ ਉਹਨੂੰ ਸ਼ਬਦ ਆਪੇ ਹੀ ਮਿਲਾ ਦੇਵੇਗਾ। ਸਤਿਗੁਰੂ ਕਹਿਣਗੇ ਜਿਹੜੀ ਕਪਾਹ ਵਤਨੀ ਹੈ ਨਾ, ਉਹ ਦਇਆ ਦੀ ਹੋਵੇ। ਮੈਂ ਕੱਲ੍ਹ ਵੀ ਕਿਹਾ ਸੀ, ਇਹਦੇ ਨਾਲ ਤੁਸੀਂ ਆਪਣੀ ਪਾਈ ਹੋਏ ਗੱਲ 'ਚ ਕਿਰਪਾਨ ਦੇ ਅਰਥ ਕਰਦੇ ਜਾਇਓ। ਜੇ ਮੈਂ ਕਿਰਪਾਨ ਪਾਈ ਹੈ ਗੱਲ ਦੇ ਵਿੱਚ, ਜੇ ਮੈਂ ਅੰਮ੍ਰਿਤ ਛਕਿਆ ਤੇ ਕੀ ਮੇਰੇ ਅੰਦਰ ਦਇਆ, ਇਹ ਅਸੀਂ ਨਾਲੋਂ ਨਾਲ ਵੇਖਾਂਗੇ। ਸਤਿਗੁਰੂ ਕਹਿਣਗੇ ਦਇਆ ਕਪਾਹ, ਅੱਗੇ ਸ਼ਬਦ ਹੈ ਸੰਤੋਖ ਸੂਤ। ਹੁਣ ਕਪਾਹ ਦਾ ਸੂਤ ਵਰਤਿਆ ਜਾਂਦਾ ਹੈ। ਸੰਤੋਖ ਦਾ ਅਰਥ ਹੁੰਦਾ ਸਬਰ। ਅੰਮ੍ਰਿਤ ਬਾਣੀ ਦਾ ਫੈਸਲਾ ਹੈ, ਕਦੀ ਵੀ ਮਨੁੱਖ ਜਿਹੜਾ ਹੈ ਇਹ ਮਾਇਆ ਦੇ ਨਾਲ ਨਹੀਂ ਜੇ ਰੱਜਦਾ। ਅੱਜ ਤੱਕ ਇੱਕ ਮਨੁੱਖ ਮੰਨ ਲਓ ਸਾਈਕਲ ਦੇ ਉੱਤੇ ਹੈ, ਉਹਦੀ ਜ਼ਿੰਦਗੀ ਸ਼ੁਰੂ ਹੋਈ ਹੈ, ਦਿਹਾੜੀਆਂ ਲਾਉਂਦਾ ਹੈ, ਉਹ ਤਰੱਕੀ ਕਰਦਾ ਕਰਦਾ ਹਵਾਈ ਜਹਾਜ਼ ਕਿਉਂ ਨਾ ਖਰੀਦ ਲਵੇ, ਪਰ ਕਿਸੇ ਨੇ ਅੱਜ ਤੱਕ ਇਹ ਗੱਲ ਕਹੀ ਕਿ ਮੈਂ ਰੱਜ ਗਿਆ, ਮੈਂ ਬਹੁਤ ਹੋਰ ਮਾਇਆ ਨਹੀਂ ਇਕੱਠੀ ਕਰਨੀ। ਮਨੁੱਖ ਜਦੋਂ ਵੀ ਰੱਜਿਆ ਹੈ, ਉਹ ਸੰਤੋਖ ਦੇ ਨਾਲ ਹੀ ਰੱਜਿਆ ਹੈ। ਅੰਮ੍ਰਿਤ ਬਾਣੀ ਦਾ ਫੈਸਲਾ, ਬਿਨਾਂ ਸੰਤੋਖ ਨਹੀਂ ਕੋ ਰਾਜੈ। ਸੰਤੋਖ ਤੋਂ ਬਿਨਾਂ ਕੋਈ ਨਹੀਂ ਰੱਜਦਾ। ਜਿੰਨਾ ਚਿਰ ਪਰਮਾਤਮਾ ਸੰਤੋਖ ਨਾ ਦਵੇ, ਤੇ ਇਹ ਸੰਤੋਖ ਬਹੁਤ ਵੱਡੀ ਦਾਤ ਹੈ। ਕਈ ਵਾਰੀ ਝੁੱਗੀ 'ਚ ਬੈਠਿਆਂ ਨੂੰ ਵੀ ਸੰਤੋਖ ਆ ਜਾਂਦਾ ਹੈ, ਤੇ ਕਈ ਵਾਰੀ ਮਨੁੱਖ ਸਮੁੱਚੀ ਦੁਨੀਆ ਦਾ ਰਾਜ ਭਾਗ ਕਰਦਾ ਹੋਇਆ ਵੀ ਭੁੱਖਾ ਭਿਖਾਰੀ ਦਾ ਭਿਖਾਰੀ ਬਣ ਕੇ ਰਹਿ ਜਾਂਦਾ। ਚਲੋ ਬਾਣੀ ਨੇ ਭਿਖਾਰੀ ਦੇ ਅਰਥ ਵੀ ਬੜੇ ਸੋਹਣੇ ਕੀਤੇ ਨੇ, ਆਪਾਂ ਇੱਧਰ ਨਹੀਂ ਜਾਣਾ। ਪਰ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਸਿੱਖ ਦੇ ਅੰਦਰ ਸੰਤੋਖ ਹੋਣਾ ਚਾਹੀਦਾ ਹੈ। ਇੱਥੇ ਦੂਸਰਾ ਇੱਕ ਸੰਤੋਖ ਹੈ ਸਬਰ 'ਚੋਂ, ਸਿਮਰਨ 'ਚੋਂ ਪੈਦਾ ਹੋਇਆ। ਇੱਕ ਸੰਤੋਖ ਹੈ ਮਜਬੂਰੀ 'ਚੋਂ ਪੈਦਾ ਹੋਇਆ। ਫਿਰ ਸੁਣੇ, ਮੈਂ ਪਿਛਲੇ ਦਿਨੀ ਉਦਾਹਰਨ ਦਿੱਤੀ ਸੀ, ਰਿਪੀਟ ਕਰ ਦੇਣਾ। ਮੰਨ ਲਓ ਦੋ ਭਰਾ ਨੇ, ਇੱਕ ਦਾ ਕਾਰੋਬਾਰ ਬੜਾ ਵਧੀਆ ਚੱਲ ਪਿਆ, ਚੰਗਾ ਚੱਲ ਪਿਆ, ਉਹਨੇ ਦਿਨ ਰਾਤ ਮਿਹਨਤ ਕੀਤੀ, ਕੰਮ ਚੱਲ ਪਿਆ। ਦੂਸਰੇ ਦਾ ਕਾਰੋਬਾਰ ਨਹੀਂ ਚੱਲਿਆ। ਹੁਣ ਉਹਦਾ ਕਾਰੋਬਾਰ ਮੰਦਾ ਹੈ। ਜਿਹੜੇ ਭੈਣ ਭਰਾ ਰਿਸ਼ਤੇਦਾਰ ਆਉਣੇ ਨੇ, ਉਹ ਤਾਂ ਸਾਂਝੇ ਹੀ ਨੇ ਨਾ। ਮੰਨ ਲਓ ਜੇ ਕੋਈ ਭੈਣ ਆਉਣੀ ਹੈ, ਭਰਾ ਆਉਣਾ, ਉਹਦਾ ਵੀ ਉਹਨਾਂ ਹੈ। ਕੋਈ ਭੈਣ ਭਰਾ ਆਣ ਕੇ ਪੁੱਛੇ ਕਿ ਤੇਰਾ ਵੱਡਾ ਭਰਾ ਜਾਂ ਛੋਟਾ ਭਰਾ ਤਰੱਕੀ ਕਰ ਗਿਆ ਤੇ ਤੂੰ ਤਰੱਕੀ ਕਿਉਂ ਨਹੀਂ ਕਰਦਾ, ਉਹਦੇ ਸ਼ਬਦ ਪਤਾ ਕੀ ਹੁੰਦੇ ਨੇ? ਕਹਿੰਦਾ ਨਹੀਂ ਜੀ, ਉਹ ਤਾਂ ਲਾਲਚੀ ਦਿਨ ਰਾਤ ਲੱਗਾ ਰਹਿੰਦਾ, ਮੈਂ ਤਾਂ ਸਬਰ ਕਰਕੇ ਬੈਠਾ ਹੋਇਆ ਹੈ। ਯਾਦ ਰੱਖਿਓ, ਸਬਰ ਕਰਕੇ ਨਹੀਂ ਬੈਠਾ, ਮਜਬੂਰੀ ਕਰਕੇ ਬੈਠਾ ਹੋਇਆ ਹੈ। ਮਨ 'ਚ ਸੋਚਦਾ ਕਿਹੜੇ ਵੇਲੇ ਇਹ ਮਰੇ ਤੇ ਇਹਦਾ ਬਿਜ਼ਨਸ ਮੈਂ ਚਾਲੂ ਕਰਕੇ ਠੱਪ ਕਰਕੇ ਆਪਣਾ ਕੰਮ ਚਲਾਵਾਂ। ਇਹ ਮਜਬੂਰੀ 'ਚੋਂ ਨਿਕਲਿਆ ਹੋਇਆ ਸੰਤੋਖ ਹੈ। ਕਈ ਵਾਰੀ ਬੰਦਾ ਕਹਿੰਦਾ ਜੀ ਨਹੀਂ ਜੀ ਮੈਂ ਲਾਲਚ ਨਹੀਂ ਕਰਦਾ। ਲਾਲਚ ਹੋਰ ਚੀਜ਼ ਹੈ, ਮਿਹਨਤ ਹੋਰ ਚੀਜ਼ ਹੈ। ਸੰਤੋਖ ਜਿਹੜਾ ਹੈ, ਯਾਦ ਰੱਖਿਓ, ਸਬਰ ਜਿਹੜਾ ਸਿਮਰਨ ਦੇ ਵਿੱਚੋਂ ਪੈਦਾ ਹੁੰਦਾ ਹੈ। ਸਿਮਰਨ ਤੋਂ ਬਿਨਾਂ ਕਦੀ ਨਹੀਂ ਕੋਈ ਰੱਜ ਸਕਦਾ। ਸਿਮਰਨ ਤੋਂ ਬਿਨਾਂ ਸੰਤੋਖ ਨਹੀਂ ਆਉਣਾ। ਸਤਿਗੁਰੂ ਕਹਿ ਲਗੇ ਦਇਆ ਕਪਾਹਾ, ਕਹਿੰਦੇ ਹੇ ਪੰਡਿਤ ਜੀ, ਦਇਆ ਦੀ ਕਪਾਹ ਬਣਾਓ, ਸੰਤੋਖ ਦਾ ਸੂਤ ਬਣਾਓ। ਅੱਗੇ ਸ਼ਬਦ ਹੈ ਜੀ ਜਤ ਗੰਢੀ। ਹੁਣ ਸੂਤ ਵੱਟ ਕੇ ਨਾ ਉਹਨੂੰ ਵੱਟ ਚਾੜਦੇ ਗੰਢਾਂ ਦੇਣੇ ਨੇ। ਜਤ ਦਾ ਅਰਥ ਹੈ ਉੱਚਾ ਸੁੱਚਾ ਕਰੈਕਟਰ। ਇਹ ਸਤਿਗੁਰੂ ਕਹਿਣ ਲੱਗੇ ਪੰਡਿਤ ਜੀ, ਸਭ ਤੋਂ ਵੱਡੀ ਗੱਲ ਹੈ ਰੂਹਾਨੀਅਤ 'ਤੇ ਚੱਲਣ ਵਾਸਤੇ ਮਨੁੱਖ ਦਾ ਕਰੈਕਟਰ ਹੋਣਾ ਚਾਹੀਦਾ ਹੈ। ਇਹ ਚਾਰ ਗੁਣ ਨੇ, 7 ਵੱਟ, ਇਹ ਚਾਰੇ ਜਿਹੜੇ ਬਚਨ ਨੇ ਨਾ, ਚਾਰੇ ਗੁਣ 4 ਸਲੋਕਾਂ ਦੇ ਵਿੱਚ ਇਹੋ ਬਾਰ-ਬਾਰ ਰਿਪੀਟ ਹੋਣੇ ਨੇ। ਮੈਂ ਤਾਂ ਥੋੜ੍ਹਾ ਜਿਹਾ ਟਾਈਮ ਲਾ ਰਿਹਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ
जिस वेले परमात्मा के घर दे विच प्रवान होने की गल कही ना, उत्थे सतगुरां ने जीवन नूं बड़ा उच्चा सुच्चा रखियो। ये मान करके जाणियो कि गुरु नानक के घर दे विच करैक्टर बहुत उच्चा सुच्चा रखा जाता है। ठीक है, अज कई बारी प्रबंधक माड़े हो सकते हैं, माहौल माड़ा हो सकता है, पर सिद्धांत नहीं जे कदी माड़ा हुंदा। ये आउण कल आपां सलोक च वेखांगे, लख चोरियां, लख जारियां, लख कूड़ियां, लख गाल, इहदे च सारे ही रगड़े जाने ने। पर एक गल याद रखियो, मेरे गुरु नानक के घर का जीवन बहुत उच्चा सुच्चा सी। जिस वेले सतगुरु राजे शिवनाभ दे कोल जांदे ने ते राजे दे कोल कई हुण गुरु नानक साहब का रूप धारण करके आउंदे ने, मैं नानक। राजा प्रीख्या लैंदा है। गुरु नानक साहब आए, उन्हें जड़ियां सन सुंदर इस्त्रियां हाव भाव करके नच्चण गाउण वालियां गुरु नानक साहब के कोल भेज दित्तियां। कहन लगे कि तुसी जाओ, हीरे मोती खड़े जे हीरे मोती प्रवान कर ले ठीक है, जे ना प्रवान करे तो उत्थे नाच गाना शुरू कर दिओ। मैं बेनती करा, बहुत संकोच शब्द वरतांगा, मनुख जिहड़ा वासना का बहुत भुखा हुंदा है। ये आपां कल वाले दिनां दे विच वेखांगे। हुण उत्थे कल बैठा तो कल्ला राजे शिवनाभ दे मन च सी, बैठा तो कल्ला बाबा नानक होवेगा। जे असली बाबा होया ना, उन्होंने पता सी कि मेरे बाबे का जीवन इदां दा नहीं। जे पखंडी साधु होएगा, आखेगा जंगल च कौन वेंदा पिया, चलो घड़ी नाच गाना आपां वेख ही लैने। साडा भी तो इहो सुभाਅ है ना, असीं विआह च जाने आ, अड़े अड़े दाड़े गल च किरपाना नहीं जी, असीं नाच गाना, कुर्सी ओले जे पिलर ते डाई हुंदी है, डांसर भी दीदी रवे ते रौनक मेला भी साडा चलदा रवे। ये साडा हाल है। पर गुरु नानक साहब दे कोल जिस वेले वो बच्चियां जाके नच्चण लगियां, सतगुरां ने इक्को गल कही, धीओ धीआं बाप दे सामने नचदियां सोहणियां नहीं लगदियां। ये करैक्टर सी साडे घर दा, याद रखियो। अज करैक्टर नूं रोल दिता गया है। मैनूं गल चेता है, एक बार एक बीबी, एक मुसलमान औरत हरी सिंह नलूए दे कोल आई सी। मैं बहुती लम्मी ये गल नहीं करनी। वो कोई किसी मुहिम ते गया सी, जित्तिया नहीं सी जांदा, ते वो मुसलमान औरत अपने भरावां नूं कह के आई, जिहड़ा नलूआ तुहाडे कोल नहीं ना जित्तिया गया, मैं तुहानूं जित के विखावांगी। उहदे मन दे विच वासना सी। अहलकार नूं कहिंदी कि मैं हरी सिंह नलूए नूं मिलना है। वो रात दा वेला सी। कहन लगा वो इस वेले रहरास साहिब दा पाठ करदा, वो मिल नहीं दिता जाएगा। कहन लगी नहीं, किसी ना किसी तरीके दे नाल मैनूं मिल दिता जाए, उन्होंने जाके रिक्वेस्ट करो। हरी सिंह नलूए दे कोल सिपाही आए, सिंह आए, आण के क्या तो सरदार ने जरा इशारा कर दिता कि बच्ची नूं अंदर आउण दिता जाए। जिस वेले अंदर आई, आण के उन्हें कुछ बचन बिलास किए, कुछ गल्लां कहीआं, कई तरह दीआं गल्लां कहीआं, चलो मैं इत्थे सारियां सांझियां नहीं कर सकदा। अखीर ते कहन लगी, मैं चाहुंदी हाँ मेरी कुख तो तुहाडे वर्गा पुत्र पैदा होवे। अर्थ तुसीं समझ लिओ। वो एक मंदी वासना लैके आई। हरी सिंह नलूआ कहन लगा बेशक तू दुश्मन की धी है, पर मैं गुरु गोबिंद सिंह का पुत्र हाँ, मेरे घर का सिद्धांत मैनूं आग्या नहीं देंदा। ये साडा करैक्टर नहीं, जिहड़ी भावना लैके आई है उस भावना दे नाल बाहर चली जा। जिस वेले ये गल सुनी, उन्होंने सी मैं किसी ना किसी तरीके दे नाल इहनूं जित्तां। जिहड़ा जदों भी कोई हारिया है ना, वो इसे चीज़ तो हारिया, करैक्टर तो ही डिग्गा है मनुख। तो उन्हें अगला पॉइंट की मारिया जी, वो कहंदी मैं सुनिया है अज तक खालसे दे कोलों कोई खाली झोली दे विच नहीं, खाली झोली नहीं गया। वेखो किहड़ा पॉइंट कित्थे वरत के अपना उल्लू सीधा करना चाहुंदी है। कहंदी मैं सुनिया कोई खालसे दे कोलों अज तक खाली झोली नहीं गया। मैं ये दावे दे नाल कह दांगी कि खालसे दे कोलों कुछ इहो जिहियां चीज़ां ने जिहड़ा ये भी कईयां नूं खाली झोली मोड़ दिंदा है। नलूआ न कहन लगा, गुरु कलगीधर दा ये लाडला कहन लगा, बीबा इत्थे रुक जा। कहंदा मेरा जीवन उच्चा सुच्चा है, तैनू खाली झोली भी नहीं जान देवांगा। मन च उहदे पाप से मन सोचा शायद हुण काम बन जाएगा, गल बन जाएगी। कह वो बीबी बैठी, हरी सिंह नलूआ जिहदे कोलों पठान थर थर कंबदे सन। इतिहास लिखदा जी जिवें बच्चा रिड़ के नहीं आउंदा, इदां रिड़ के ते जाके उहदी गोद दे विच सिर रख के कहन लगा, तू पुत्तर लैण आई सा, अज तो मैं तेरा धर्म का पुत्र ते तू मेरी धर्म की मां होएगी। कुरला उठी बीबी, जाके अपने भरावां नूं कहदा जिन्ना मर्जी जोर ला लो, ये कौम नहीं जे तुहाडे कोलों जित्ती जानी। आ साडा गुरमुखो जीवन सी, ये अज नहीं पल्ले रहा। मैं बिल्कुल स्पष्ट गल कह देवां, अज नहीं हैगा कोई ताइयों तो साडी कौम बिखरी पई है। कुछ पैसिਆਂ ਦੇ ਨਾਲ विक ਜਾਂਦੇ ने, कोई इदां विक ਜਾਂਦੇ ने। साडे डेरियां दे अंदर ये चीज़ की कमी है। जदों भी कोई मनुख उठदा है ना, ਉਹਦੀ ਜਿਹੜੀ सब तो वड्डा गुण हुंदा है, लोग उसे नूं ही कमजोरी बना के रख देंदे ने। ये सब तो वड्डा सिख कौम का गुण सी, अज सब तो वड्डी कमजोरी बनती जा रही है साडी। ये उच्चा सुच्चा जीवन, ये एक नहीं अनेकां इतिहास च साखियां ने, सिर्फ मैं दो साझियां कीतियां तुहाडे नाल। ये सब तो बहुत वड्डा साडा गुण सी।
ਅੱਜ ਇਹਨੂੰ ਸਭ ਤੋਂ ਵੱਡੀ ਕਮਜ਼ੋਰੀ ਬਣਾ ਕੇ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਲੋੜ ਹੈ ਆਪਣੇ ਆਪ ਨੂੰ ਪਛਾਣਨ ਦੀ। ਇੱਥੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਪੰਡਤ ਜੀ ਤੁਸੀਂ ਜੇ ਗੰਢਾਂ ਦੇਣੀਆਂ ਨੇ ਜੱਤ ਦੀਆਂ ਦਿਓ। ਇਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਅੰਮ੍ਰਿਤ ਬਚਨ ਸਪਸ਼ਟ ਕਰਦਾ ਹੈ। ਉਹ ਅਸੀਂ 78ਵੀਂ ਪੌੜੀ ਜਪਜੀ ਸਾਹਿਬ ਦੀ ਪੜ੍ਹਦੇ ਜੇ ਜਿਹੜੀ ਮੈਂ ਕਹਿਣੀ ਚਾਹੁੰਦਾ ਕਿ ਜੱਤ ਪਹਾਰਾ ਧੀਰਜ ਸੁਨਿਆਰ। ਅਰਥ ਨਹੀਂ, ਚਲੋ ਅਰਥ ਬੜੀ ਵਾਰੀ ਕੀਤੇ, ਪੌੜੀ ਮੈਂ ਪੜ੍ਹ ਦੇਣਾ। ਜੱਤ ਪਹਾਰਾ ਧੀਰਜ ਸੁਨਿਆਰ, ਅਹਰਨ ਮਤ ਵੇਦ ਹਥਿਆਰ, ਭਾਓ ਖੱਲਾ ਅਗਨ ਤਪ ਤਾਓ, ਭਾਂਡਾ ਭਾਓ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਾ। ਉਹਦੇ ਤੇ ਨਦਰੋ ਨਦਰ ਨਿਹਾਲ ਹੋਣੀ ਹੈ। ਜਿਹਦੇ ਕੋਲ ਜੱਤ ਦਾ ਦੁਕਾਨ ਆ ਗਈ, ਪਹਾਰਾ ਦਾ ਅਰਥ ਦੁਕਾਨ ਹੁੰਦਾ ਹੈ। ਉੱਚਾ ਸੁੱਚਾ ਜੀਵਨ ਆ ਗਿਆ। ਆਪਣੇ ਅੰਦਰ ਇਹ ਜ਼ਰੂਰ ਝਾਤੀ ਮਾਰਿਓ। ਚਲੋ ਇਹਦੇ ਬਾਰੇ ਥੋੜ੍ਹੀ ਜਿਹੀ ਡਿਟੇਲ ਜਿਹੜੀ ਨਾ ਮੈਂ ਕੱਲ੍ਹ ਤੁਹਾਡੇ ਨਾਲ ਸਾਂਝੀ ਕਰ ਦੇਵਾਂਗਾ। ਮੁਸ਼ਕਲ ਬੜੀ ਹੈ ਜੀ ਸਾਨੂੰ। ਬਾਣੀ ਕਹਿੰਦੀ ਹੈ ਸੱਚ ਬੋਲ, ਪਰ ਅਸੀਂ ਸੱਚ ਨਾ ਬੋਲਣਾ ਚਾਹੁੰਦੇ ਹਾਂ ਨਾ ਸੁਣਨਾ ਚਾਹੁੰਦੇ ਹਾਂ। ਕਿਉਂਕਿ ਜੇ ਮੈਂ ਕਾਣਾ ਤਾਂ ਮੈਂ ਇਹ ਕਰੈਕਟਰ ਦੀ ਗੱਲ ਕਦੀ ਨਹੀਂ ਕਰਾਂਗਾ। ਮੈਨੂੰ ਮਾफ़ ਕਰਨਾ, ਅਸੀਂ ਤਕਰੀਬਨ ਜਿਹੜੇ ਅੱਗੇ ਬੈਠੇ ਨੇ ਉਹਨਾਂ 'ਚ ਵੀ ਕੋਈ ਨਾ ਕੋਈ ਕਾਣ ਹੈ। ਅਤੇ ਸਾਨੂੰ ਬੋਲਣ ਲੱਗਿਆਂ ਭਾਵੇਂ ਅਸੀਂ ਸੰਕੋਚਵੇਂ ਸ਼ਬਦਾਂ 'ਚ ਗੱਲ ਸਪਸ਼ਟ ਕਰ ਦਈਏ, ਪਰ ਮੈਂ ਜ਼ਿੰਦਗੀ ਦੇ ਵਿੱਚ ਵੇਖਿਆ ਕਈ ਬਾਣੀ ਦੇ ਪੱਖ ਜਿਹੜੇ ਸੰਗਤ ਦੇ ਨਾਲ ਸਪਸ਼ਟ ਕੀਤੇ ਜਾਂਦੇ ਨੇ, ਉਹਦਾ ਘਾਟਾ ਇੰਨਾ ਕੁ ਪੈ ਜਾਂਦਾ। ਸੰਗਤ ਇੱਕੋ ਗੱਲ ਕਹਿ ਕੇ ਪਿੱਛੇ ਹੋ ਜਾਂਦੀ, ਛੱਡੋ ਪਰਾਂ ਜੀ, ਬਾਬਾ ਤੇ ਸਾਡੇ ਤੇ ਤਵੇ ਲਾਉਂਦਾ ਫਿਰਦਾ ਹੈ। ਉਹ ਜਿਹੜੇ ਸਾਡੀ ਰੋਟੀ 'ਚ ਲੱਤ ਵੱਜਦੀ ਬਾਅਦ ਪ੍ਰੋਗਰਾਮ ਨਹੀਂ ਮੇਰੇ ਵਰਗੇ ਨੂੰ ਕੋਈ ਮਿਲਦਾ। ਇਹ ਬੜੀ ਤਗੜੀ ਮੁਸੀਬਤ ਬਣ ਜਾਂਦੀ ਹੈ। ਚਲੋ ਤੁਹਾਡਾ ਤੇ ਹਾਸਾ ਬਣ ਗਿਆ, ਇਹ ਸਾਡੇ ਵਾਸਤੇ ਬੜੀ ਤਗੜੀ ਕਮਜ਼ੋਰੀ ਹੈ। ਮੈਨੂੰ ਯਾਦ ਹੈ ਪਿਛਲੇ ਦਿਨੀ ਇੱਥੇ ਬੀਬੀਆਂ ਤੇ ਗੱਲ ਚੱਲੀ, ਜਦੋਂ ਮਹਿੰਦੀ ਮੂੰਦੀ ਲਾਉਣ ਦੀ ਗੱਲ ਚੱਲੀ, ਆਸਾ ਦੀ ਵਾਰ 'ਚ ਆਇਆ ਮੈਂ ਕਿਹਾ, ਤੇ ਉੱਥੇ ਹੀ ਕੁਝ ਬੀਬੀਆਂ ਨੇ ਇਸੇ ਗੱਲ ਦਾ ਇਤਰਾਜ਼ ਕੀਤਾ। ਕਹਿਣ ਲੱਗੇ ਨਹੀਂ, ਇਹ ਬਾਬਾ ਤੇ ਸਾਡੇ ਤੇ ਤਵੇ ਲਾਉਂਦਾ ਹੈ। ਜੇ ਮੈਂ ਹੁਣ ਤਵਾ ਨਾ ਲਾਵਾਂ, ਮੈਨੂੰ ਗੁਰੂ ਦਾ ਦੇਣਦਾਰ ਹੈ, ਜੇ ਮੈਂ ਤਵਾ ਲਾ ਦਿੱਤਾ ਮੈਂ ਭੁੱਖਾ ਮਰਦਾ। ਇਹ ਬੜੀ ਮੁਸ਼ਕਲ ਗੱਲ ਹੈ। ਮਸਕੀਨ ਜੀ ਕਹਿੰਦੇ ਹੁੰਦੇ ਸਨ, ਇੰਨਾ ਵੀ ਸੱਚ ਨਾ ਬੋਲੀਏ ਕਿ ਸਾਨੂੰ ਪੱਗ ਬਚਾਉਣੀ ਔਖੀ ਹੋ ਜਾਵੇ। ਬਹੁਤ ਬਾਣੀ ਦੇ ਅਰਥ ਖੰਡੇ ਦੀ ਧਾਰ ਦੇ ਨਾਲ ਹੋਣਗੇ, ਪਰ ਕਰਨ ਤੇ ਸੁਣਨ ਵਾਲਾ ਸੂਰਮਾ ਅੱਗੇ ਚਾਹੀਦਾ ਹੈ। ਇਹਨੂੰ ਕਹਿਣਾ ਸੌਖਾ ਹੈ। ਆਸਾ ਦੀ ਵਾਰ ਰੋਜ਼ ਗੁਰੂ ਘਰਾਂ 'ਚ ਪੜ੍ਹੀ ਜਾਂਦੀ ਹੈ, ਪਰ ਜਿਸ ਦਿਨ ਅਰਥ ਕਰੋਗੇ, ਪੜ੍ਹਨ ਸੁਣਨ ਵਾਲੇ ਪ੍ਰਬੰਧਕ ਸੰਗਤ ਪ੍ਰਚਾਰਕ ਸਾਰੇ ਇਹਦੇ ਵਿੱਚ ਫਸ ਜਾਣਗੇ। ਮੈਂ ਪਹਿਲੇ ਦਿਨ ਤੋਂ ਹੀ ਕਿਹਾ ਸੀ, ਇਹ ਗੁਰੂ ਨਾਨਕ ਸਾਹਿਬ ਦਾ ਉਹ ਸ਼ਸਤਰ ਹੈ ਜਿਹਦੇ ਅੱਗੇ ਕੋਈ ਨਹੀਂ ਜੇ ਧਰਮੀ ਟਿਕ ਸਕਦਾ। ਇਸੇ ਕਰਕੇ ਤੇ ਮੈਂ ਅੱਜ ਸੋਚਦਾ ਸਾਂ, ਇਸੇ ਕਰਕੇ ਭਾਈ ਗੁਰਦਾਸ ਜੀ ਨੇ ਸ਼ਬਦ ਵਰਤਿਆ ਸੀ, ਥੰਮੇ ਕੋਈ ਨਾ ਸਾਧ ਬਿਨ ਸਾਧ ਨਾ ਦਿਖਿਆ ਜੱਗ ਵਿੱਚ ਖੋਆ। ਕੋਈ ਸੱਚਾ ਗੁਰੂ ਸੱਚਾ ਮਹਾਤਮਾ ਕੋਈ ਨਹੀਂ ਲੱਭਦਾ। ਬਾਣੀ ਕੁਝ ਅਰਥ ਦੱਸਦੀ ਹੈ ਸੰਤ ਦੇ, ਅਸੀਂ ਕੁਝ ਬਣਾਈ ਫਿਰਦੇ ਹਾਂ। ਮੈਂ ਕਈ ਵਾਰੀ ਸੰਤਾਂ ਦਾ ਖੰਡਨ ਕਰਦਾ, ਮੈਂ ਨਹੀਂ ਮੰਨਦਾ, ਮੇਰੀ ਆਪਣੀ ਪਰਸਨਲ ਹੈ ਇਹ ਗੱਲ ਹੈ, ਪਰ ਉਹਦਾ ਕਾਰਨ ਇੱਕੋ ਹੀ ਹੈ, ਕਿਉਂਕਿ ਮੈਂ ਅਰਥ ਪੜ੍ਹੇ ਹੋਏ ਨੇ। ਜੇ ਕਿਸੇ ਵੀ ਧਰਮੀ ਨੂੰ ਮਨੁੱਖ ਨੂੰ ਮੈਂ ਮਿਲਦਾ ਹੈ ਨਾ, ਬਹੁਤ ਤਾਂ ਸਾਨੂੰ ਕੋਈ ਨਾ ਕੋਈ ਇਹ ਕਮਜ਼ੋਰੀ ਲੱਭ ਜਾਂਦੀ, ਉੱਥੇ ਗੁਰੂ ਦਾ ਸਿਧਾਂਤ ਕੋਈ ਨਹੀਂ ਮਿਲਦਾ। ਕੋਈ ਕੱਲ੍ਹ ਇਹ ਚਲੋ ਆਉਣ ਵਾਲੇ ਸ਼ਲੋਕ ਦੇ ਵਿੱਚ ਆਪਾਂ ਇਹ ਚੀਜ਼ਾਂ ਸਾਂਝੀਆਂ ਕਰਾਂਗੇ, ਪਰ ਇਹ ਸਾਡੀ ਮਜਬੂਰੀ ਹੈ। ਅਤੇ ਮੈਂ ਇੱਕ ਚਲੋ ਆਪਣੀ ਗੱਲ ਸਾਂਝੀ ਕਰ ਦੇਣਾ। ਮਸਕੀਨ ਜੀ ਇੱਕ ਗੱਲ ਕਹਿੰਦੇ ਸਨ ਕਿ ਕਥਾ ਵਾਲਾ ਹਮੇਸ਼ਾ ਹੀ ਗਰੀਬ ਘਰ ਦਾ ਨਹੀਂ ਹੋਣਾ ਚਾਹੀਦਾ। ਕਥਾ ਉਹ ਕਰੇ ਜਿਹਦੇ ਘਰ ਦੇ ਵਿੱਚ ਰੋਟੀ ਪੱਕਦੀ, ਜਿਹਨੂੰ ਪੈਸੇ ਦੀ ਪਰਵਾਹ ਨਹੀਂ। ਪੈਸੇ ਦੀ ਪਰਵਾਹ ਕੀਤੇ ਬਿਨਾਂ ਕਥਾ ਕਰੋਗੇ, ਤੁਸੀਂ ਸੱਚ ਬੋਲੋਗੇ। ਜੇ ਸੰਗਤ ਨੂੰ ਖੁਸ਼ ਕਰਨ ਲੱਗ ਪਏ ਤਾਂ ਬਾਣੀ ਦੀ ਕਥਾ ਨਹੀਂ ਹੋਣੀ। ਹੁਣ ਮੈਂ ਕੀ ਕਰੈਕਟਰ ਦੇ ਅਰਥ ਕਰਾਂਗਾ ਇੱਥੇ? ਚਲੋ ਮੈਂ ਇਤਿਹਾਸ 'ਚ ਉਦਾਹਰਨਾਂ ਦੇਤੀਆਂ। ਜੇ ਅੱਜ ਤੋਂ ਉਦਾਹਰਨਾਂ ਦੇਵਾਂ, ਮੇਰਾ ਖਿਆਲ ਹੈ ਅਸੀਂ ਸਾਰੇ ਦੇ ਸਾਰੇ ਰੈੱਡ ਲਾਈਨ ਦੇ ਵਿੱਚ ਆ ਜਾਣੇ। ਤਕਰੀਬਨ 90% ਦੀ ਆਪਾਂ ਫਸਾਂਗੇ। ਕੱਲ੍ਹ ਮੈਂ ਇੱਕ ਦੋ ਉਦਾਹਰਨਾਂ ਦੇ ਦਾਂਗਾ ਜਦੋਂ ਸ਼ਬਦ ਲੱਖ ਜਾਰੀਆਂ ਆਵੇਗਾ। ਚਲੋ ਇੱਥੇ ਸਤਿਗੁਰੂ ਕਹਿਣ ਲੱਗੇ, ਭਲਿਆ ਜੇ ਤੂੰ ਧਰਮੀ ਬਣਨਾ ਹੈ ਨਾ, ਮੈਂ ਸੌਖਾ ਜਿਹਾ ਕਹਿ ਦੇਵਾਂ ਗੁਰਮੁਖੋ, ਸਤਿਗੁਰੂ ਕਹਿਣ ਲੱਗੇ ਧਰਮੀ ਬਣਨਾ ਤੇ ਕਰੈਕਟਰ ਉੱਚਾ ਸੁੱਚਾ ਹੋਣਾ ਬਹੁਤ ਜ਼ਰੂਰੀ ਹੈ। ਅੱਗੇ ਸਤਿਗੁਰੂ ਕਹਿਣ ਲੱਗੇ ਸੱਤ ਵੱਟ। ਸੱਤ ਦਾ ਅਰਥ ਕੀਤਾ ਜੀ ਸੱਚ। ਸੱਚ ਇੱਕ ਸਾਡਾ ਸੱਚ ਹੈ। ਜਿਵੇਂ ਮੈਂ ਹੁਣ ਕਹਿਤਾ ਜੀ ਸੱਚ ਬੋਲਣਾ ਹੈ, ਸਾਡਾ ਸੱਚ ਮਜਬੂਰੀ 'ਚੋਂ ਨਿਕਲਿਆ ਹੋਇਆ ਹੈ। ਇਹਨੂੰ ਸੌਖਾ ਕਰ ਦੇਵਾਂ, ਸੱਚ ਦਾ ਅਰਥ ਦ੍ਰਿੜਤਾ ਕਰ ਲਈਏ। ਇੱਕ ਸੱਚ ਉਹ ਹੈ ਜਿਹੜਾ ਗੁਰੂ ਦੇ ਸਾਹਿਬਜ਼ਾਦਿਆਂ ਦੇ ਕੋਲ ਹੈ। ਉਹ ਇੰਨੇ ਕੁ ਦ੍ਰਿੜ ਨੇ, 5 ਤੇ 7 ਸਾਲ ਦੀ ਉਮਰ ਦੇ ਵਿੱਚ ਸ਼ਹਾਦਤ ਦਾ ਪ੍ਰਮਾਣ ਕਰ ਲੈਂਦੇ ਨੇ, ਪਰ ਕਿਸੇ ਦੇ ਅੱਗੇ ਝੁਕਦੇ ਨਹੀਂ। ਉਹਨਾਂ ਵਾਲਾ ਸੱਚ ਅਸੀਂ ਕਦੀ ਨਹੀਂ ਬੋਲ ਸਕਦੇ। ਇੱਕ ਮੇਰੇ ਬਾਬੇ ਨਾਨਕ ਦਾ ਸੱਚ ਦ੍ਰਿੜਤਾ ਵਾਲਾ, ਜਿਹੜਾ ਗੁਰੂ ਨਾਨਕ ਸਾਹਿਬ ਇਸ ਆਸਾ ਦੀ ਵਾਰ ਦੇ ਵਿੱਚ ਬੋਲ ਰਹੇ ਨੇ, ਸਾਡੇ ਕੋਲ ਉਹਦੇ ਅਰਥ ਨਹੀਂ ਕੀਤੇ ਜਾਂਦੇ। ਪਰ ਧੰਨ ਸੀ ਬਾਬਾ ਜਿਹੜਾ ਬੋਲ ਕੇ ਡੰਕੇ ਦੀ ਚੋਟ ਦੇ ਨਾਲ ਸਾਰਿਆਂ ਨੂੰ ਸ਼ੀਸ਼ਾ ਵਿਖਾ ਕੇ ਗਾਂਹ ਗਿਆ। ਇਹ ਸੱਤ ਦਾ ਅਰਥ ਹੈ ਦ੍ਰਿੜਤਾ। ਸਤਿਗੁਰੂ ਕਹਿਣ ਲੱਗੇ ਪੰਡਤ ਜੀ ਜੇ ਜਨੇਊ ਬਣਾਉਣਾ ਹੈ ਨਾ, ਤੇ ਉਹਦੇ ਵਿੱਚ ਇੱਦਾਂ ਕਰਿਓ, ਦਇਆ ਦੀ ਕਪਾਹ ਲਿਓ। ਫਿਰ ਮੈਂ ਲੋਕ ਰਿਪੀਟ ਕਰ ਦੇਣਾ, ਦਇਆ ਦੀ ਕਪਾਹ ਲਿਓ, ਸੰਤੋਖ ਦਾ ਸੂਤ ਬਣਾ ਲਿਓ, ਉਹਨੂੰ ਕੱਤ ਕੇ ਜੱਤ ਦੀਆਂ ਗੰਢਾਂ ਦਿਓ ਉੱਚੇ ਸੁੱਚੇ ਜੀਵਨ ਦੀਆਂ, ਤੇ ਜਿਹੜਾ ਵੱਟ ਹੈ ਨਾ ਉਹ ਸੱਚ ਦਾ ਚਾੜਿਓ। ਦਇਆ ਕਪਾਹ ਸੰਤੋਖ ਸੂਤ ਜੱਤ ਗੰਢੀ ਸੱਤ ਵੱਟ। ਅੱਗੇ ਕਹਿਣਗੇ ਇਹ ਜਨੇਊ ਜੀ ਕਾ,
ਕਹਿੰਦੇ ਆ ਜਨੇਊ ਜਿਹੜਾ ਸੀ ਨਾ ਇਹ ਜਿੰਦ ਦੇ ਨਾਲ ਨਿਭਾਉਣਾ ਹੈ। ਅੰਮ੍ਰਿਤ ਬਚਨ ਮੈਂ ਇੱਕ ਦੋ ਬਚਨ ਸਾਂਝੇ ਕਰਕੇ ਸਮਾਪਤੀ ਕਰ ਦੇਵਾਂ। ਯਾਦ ਰੱਖਿਓ ਇਹ ਬਾਰੀ ਜਿਹੜਾ ਇਹ ਚਿੰਨ ਹੈ ਜਨੇਊ ਉਹ ਤੇ ਸੜ ਜਾਵੇਗਾ, ਪਰ ਆ ਦਇਆ ਕਦੀ ਸੜੇਗੀ ਨਾਲ, ਸੰਤੋਖ ਸੜੇਗਾ, ਉੱਚਾ ਸੁੱਚਾ ਜੀਵਨ ਸੜੇਗਾ। ਬੰਦਾ ਮਰ ਕੇ ਕਈ ਸਾਲ ਹੋ ਜਾਂਦੇ ਨੇ, ਦੁਨੀਆ ਤੋਂ ਚਲਿਆ ਜਾਂਦਾ ਹੈ, ਲੋਕ ਅੱਜ ਤੱਕ ਉਹਦੀਆਂ ਉਦਾਹਰਨਾਂ ਦਿੰਦੇ ਸਨ, ਫਲਾਣਾ ਬੰਦਾ ਆਇਆ ਸੀ ਤੇ ਲੋਕ ਸਲਾਮਾਂ ਕਰਦੇ ਸਨ। ਹਲਕਾ ਜਿਹਾ ਟੱਚ ਦੇ ਦੇਣਾ, ਅੱਜ ਘੱਲੂ ਘਰ ਆਏ। ਯਾਦ ਰੱਖਿਓ ਅੱਜ ਕਿੰਨੇ ਸਾਲ ਹੋ ਚੁੱਕੇ ਨੇ, 38 39 ਸਾਲ ਹੋ ਚੁੱਕੇ ਨੇ ਇਹ ਘੱਲੂ ਘਰੇ ਵਾਪਰੇ ਹੋਏ ਨੂੰ। ਅੱਜ ਵੀ ਸੰਤ ਜਰਨੈਲ ਸਿੰਘ ਹੋਣਾ ਨੂੰ ਲੈ ਕੇ, ਨਾਮ ਨੂੰ ਲੈ ਕੇ ਸਲਾਮ ਕੀਤੀ ਜਾਂਦੀ ਹੈ। ਇਹ ਤੇਰਾ ਜੇ ਜੀਵਨ ਹੋਇਆ, ਯਾਦ ਰੱਖੀ ਇਹਨੂੰ ਕੋਈ ਮਲੀਨ ਨਹੀਂ ਕਰ ਸਕੇਗਾ। ਤੇ ਤੁਸੀਂ ਜਿੰਨਾ ਵੀ ਬਲੂ ਸਟਾਰ ਬਾਰੇ ਪੜ੍ਹੋਗੇ ਨਾ, ਇਹਨਾਂ ਸਾਰੇ ਲੋਕ ਲਿਖਿਆ ਵਿਰੋਧੀਆਂ ਨਹੀਂ ਆ, ਇਹ ਵਿਰੋਧੀ ਲਿਖਦੇ ਹੋਏ ਵੀ ਇੱਕ ਤਾਰੀਫ ਕਰ ਜਾਂਦੇ ਨੇ ਕਿ ਸਿੱਖਾਂ ਦੇ ਕੋਲ ਆ ਸੀ। ਤਾਂ ਚਲੋ ਬਲੂ ਸਟਾਰ ਨਹੀਂ, ਬਾਕੀ ਸਾਡੇ ਬਾਰੇ ਵੀ ਤੁਸੀਂ ਜਿੰਨਾ ਸ਼ਾਹ ਮੁਹੰਮਦ ਨੂੰ ਪੜ੍ਹ ਕੇ ਵੇਖਿਓ, ਉਹ ਵੀ ਇਹ ਗੱਲ ਲਿਖਦਾ। ਬਹੁਤ ਮੁਸਲਮਾਨ ਰਾਈਟਰ ਸਾਡੇ ਬਰਖਲਾਫ ਸਨ, ਜਿਹੜੇ ਉਹ ਜਦੋਂ ਸਾਡੇ ਬਾਰੇ ਲਿਖਦੇ ਸਨ, ਲਿਖਦੇ ਲਿਖਦੇ ਇੱਕ ਗੱਲ ਕਹਿ ਜਾਂਦੇ ਹੁੰਦੇ ਸਨ ਕਿ ਸਿੱਖ ਈਮਾਨ ਦੇ ਬੜੇ ਪੱਕੇ ਨੇ। ਪਰ ਅੱਜ ਅਸੀਂ ਕਥਾ ਕਰਦੇ ਕਰਦੇ ਝੂਠੇ ਪੈ ਜਾਂਦੇ, ਕਿਉਂਕਿ ਅੱਜ ਸਾਡੇ ਕੋਲ ਈਮਾਨ ਰਿਹਾ ਕੋਈ ਨਹੀਂ। ਸਤਿਗੁਰੂ ਕਹਿਣਗੇ ਇਹ ਜਨੇਊ ਜੀ ਕਾ, ਪੰਡਿਤ ਜੀ ਆ ਜਨੇਊ ਚਾਹੀਦਾ ਹੈ ਕਿਹੜਾ? ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ। ਤਸਕਰ, ਤਸਕਰ ਕਹਿੰਦੇ ਚੋਰ ਨੂੰ, ਤਸਕਰ ਨਹੀਂ ਲੇਵੈ ਭਾਹੇ ਨਾ ਸਾਕੈ ਜਾਲੇ। ਭਾਹੇ ਦਾ ਅਰਥ ਹੈ ਅੱਗ, ਜਾਲੇ ਦਾ ਅਰਥ ਹੈ ਸਾੜਨਾ, ਜਿਹਨੂੰ ਅੱਗ ਸਾੜ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ, ਚੋਰ ਚੁਰਾ ਨਹੀਂ ਸਕਦਾ। ਆਹ ਸਤਿਗੁਰੂ ਕਹਿੰਦੇ ਕਮਾ। ਕਹਿ ਲਗੇ ਇਹ ਜਨੇਊ ਜੀ ਕਾ ਹਈ, ਹਈ ਦਾ ਅਰਥ ਤੇਰੇ ਕੋਲ ਹੈਗਾ ਏ। ਤੇ ਤੁਸੀਂ ਆਪਣੇ ਆਪ ਨੂੰ ਸ਼ੀਸ਼ੇ ਸਾਹਮਣੇ ਜਾ ਕੇ ਨਾ ਘਰ ਆਵਾਜ਼ ਮਾਰ ਕੇ ਵੇਖਿਓ ਕਿ ਹਈ ਤੇਰੇ ਕੋਲ ਕਿਰਪਾਨ ਹੈਗੀ ਏ, ਤੂੰ ਸਿੱਖ ਹੈਗਾ ਏ, ਤੂੰ ਗੁਰੂ ਦੇ ਬਚਨਾਂ ਨੂੰ ਮੁਤਾਬਕ ਚੱਲਦਾ ਏ, ਤੂੰ ਸਿੰਘ ਹੈ, ਤੂੰ ਰਹਿਤ ਵਾਲਾ ਏ, ਹਈ ਤੇਰੇ ਕੋਲ ਹੈ। ਮੈਂ ਕੱਲ੍ਹ ਹੀ ਕਿਹਾ ਸੀ ਦੂਸਰੇ ਨੂੰ ਅਰਥ ਕਰਨੇ ਬਹੁਤ ਸੌਖੇ ਨੇ। ਜਿਸ ਵੇਲੇ ਇਕੱਲੇ ਬੈਠੇ ਹੋ ਕਮਰੇ ਦੇ ਵਿੱਚ, ਆਪਣੇ ਆਪ ਨੂੰ ਪੁੱਛੋਗੇ ਨਾ, ਅੱਖਾਂ ਸ਼ੀਸ਼ੇ ਦੇ ਵਿੱਚੋਂ ਝੁਕ ਜਾਣਗੀਆਂ, ਜਿੰਨੀਆਂ ਖਰਾਬੀਆਂ ਤੇਰੇ ਵਿੱਚ ਨੇ ਇੰਨਾ ਸ਼ਾਇਦ ਪੁੱਠੇ ਕਰਮ ਕਿਸੇ ਅਧਰਮੀ ਦੇ ਵਿੱਚ ਨਾ ਹੋਣ। ਸਤਿਗੁਰੂ ਕਹਿਣਗੇ ਤੇਰੇ ਕੋਲ ਹੈ। ਜੇ ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਪੰਡਿਤ ਨੂੰ ਕਿਹਾ, ਤੇ ਅੱਜ ਮੇਰਾ ਸ਼ਬਦ ਰੂਪੀ ਗੁਰੂ ਨਾਨਕ ਸਾਹਿਬ ਜਿਹੜਾ ਹੈ ਸਾਨੂੰ ਕਹਿੰਦਾ ਪਿਆ, ਸਾਰਿਆਂ ਨੂੰ ਮੇਰੇ ਸਮੇਤ ਵੀ ਪੁੱਛਦਾ ਪਿਆ ਹੈ, ਪੁੱਤ ਤੇਰੇ ਕੋਲ ਹੈਗਾ, ਤੂੰ ਕਥਾ ਕਰੀ ਜਾਂਦਾ ਬਹਿ ਕੇ, ਤੁਹਾਡੇ ਕੋਲ ਹੈਗਾ, ਤੁਸੀਂ ਸੁਣੀ ਜਾਂਦੇ ਜੇ ਹਾਈ। ਮੈਂ ਸਿਰਫ ਇਸੇ ਚੀਜ਼ ਤੇ ਕਹਿ ਰਿਹਾ, ਗੁਰੂ ਪੁੱਛਦਾ ਹੈ, ਜਵਾਬ ਤੁਹਾਨੂੰ ਦੇਣਾ ਪਏਗਾ। ਇੱਥੇ ਨਾ ਜਵਾਬ ਦਿਓਗੇ, ਗਾਂ ਜਾ ਕੇ ਕਚਹਿਰੀ 'ਚ ਦੇਣਾ ਪੈਣਾ। ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ। ਜੇ ਇਸ ਭਾਵਨਾ ਨਾਲ ਆਉਂਦੇ ਜੇ ਨਾ, ਗੁਰੂ ਰਹਿਮਤ ਕਰਦਾ ਏ। ਜੇ ਮੈਂ ਪਿਛਲੇ ਦਿਨੇ ਕਿਹਾ ਸੀ ਜੀ ਉਹ ਰਹਿਮਤ ਕਰਦਾ ਏ, ਉਹ ਹਿਸਾਬ ਕਿਤਾਬ ਵੀ ਕਰਦਾ ਜੇ। ਉਹਨੇ ਪੁੱਛਣਾ ਜੇ ਵੀ ਆਹ ਚੀਜ਼ ਹੈਗੀ ਸੀ ਤੇਰੇ ਕੋਲ। ਅੱਜ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਇਹ ਜਨੇਊ ਜੀ ਕਾ। ਪੰਡਿਤ ਦੀ ਗੱਲ ਛੱਡੋ, ਆਪਣੇ ਆਪ ਨੂੰ ਪੁੱਛੋ ਹਾਈ। ਸਤਿਗੁਰੂ ਕਹਿਣਗੇ ਤੇਰੇ ਕੋਲ ਹੈ, ਜੇ ਹੈ ਅੱਗੇ ਕਹਿ ਲਗੇ ਤਾਂ, ਇੱਥੇ ਤਾਂ ਪਾਠ ਨਹੀਂ ਕਰਨਾ, ਤੱਤਾ ਮੁਕਤਾ ਤਾਂ ਪਾਂਡੇ ਹੇ ਪੰਡਿਤ ਜੀ ਘੱਤ, ਜੇ ਹੈਗਾ ਤੇ ਆਹ ਜਨੇਊ ਮੇਰੇ ਗਲ ਦੇ ਵਿੱਚ ਪਾ ਦੇ। ਤੇਰੇ ਧਾਗੇ ਵਾਲਾ ਮੈਂ ਜਨੇਊ ਕੋਈ ਨਹੀਂ ਪਾਉਣਾ। ਸਿੱਖਾ ਤੂੰ ਗਲ ਦੇ ਵਿੱਚ ਸ੍ਰੀ ਸਾਹਿਬ ਪਾਈ ਹੈ, ਮੁਬਾਰਕ ਹੈ, ਬਾਣਾ ਪਾਇਆ ਮੁਬਾਰਕ ਹੈ, ਪਰ ਰੱਬ ਦੀ ਦਰਗਾਹ 'ਚ ਤਾਂ ਪ੍ਰਵਾਨ ਹੋਣਾ ਜੇ ਗੁਰੂ ਨਾਨਕ ਸਾਹਿਬ ਦਾ ਇਹ ਅਰਥ ਲੈ ਕੇ ਨਾਲ ਜਾਵੇਂਗਾ, ਨਹੀਂ ਤੇ ਤੇਰਾ ਵੀ ਇੱਥੇ ਸੜ ਜਾਣਾ। ਜੇ ਇਹ ਪੰਡਿਤ ਦਾ ਜਨੇਊ ਸੜਦਾ ਤੇ ਕੀ ਸਾਡੀ ਕਿਰਪਾਨ ਨਹੀਂ ਸੜਦੀ? ਮਿਆਨ ਸੜ ਜਾਂਦਾ, ਲੋਹਾ ਰਹਿ ਜਾਂਦਾ ਹੈ। ਸਾਡੇ ਵੀ ਕੰਗਾ ਵੀ ਤੇ ਸੜਦਾ ਹੈ ਨਾ, ਸਾਡੇ ਵੀ ਕਕਾਰ ਅੱਧੇ ਸੜਦੇ ਨੇ, ਕੇਸ ਸੜਦੇ ਨੇ, ਕੰਗਾ ਸੜਦਾ, ਕਸ਼ਹਿਰਾ ਸੜਦਾ ਹੈ। ਚਲੋ ਲੋਹਾ ਜਿਹੜਾ ਕੜਾ ਤੇ ਉਹ ਕਿਰਪਾਨ ਨਹੀਂ ਸੜਦੀ, 3 ਕਕਾਰ ਸਾਡੇ ਵੀ ਸੜਦੇ ਨੇ। ਇੱਕ ਗੱਲ ਯਾਦ ਰੱਖਿਓ, ਸਤਿਗੁਰੂ ਕਹਿਣਗੇ ਆਹ ਗੁਣ ਹੈ ਤਾਂ ਪਾਂਡੇ ਘੱਤ, ਜੇ ਆਹ ਪੰਡਿਤ ਜੀ ਸਿਧਾਂਤ ਹੈ ਤੇ ਮੇਰੇ ਗਲ ਦੇ ਵਿੱਚ ਪਾ ਦਿਓ। ਸੋ ਇਹ ਤੋਂ ਅੱਗੇ ਗੁਰੂ ਨਾਨਕ ਸਾਹਿਬ ਨੂੰ ਇਹ ਪੰਡਿਤ ਕਿਹੜੇ ਸਵਾਲ ਕਰਦਾ ਹੈ, ਸਤਿਗੁਰੂ ਬਾਣੀ ਦੇ ਵਿੱਚ ਕਿਵੇਂ ਜਵਾਬ ਦਿੰਦੇ ਨੇ ਕਿ ਨਾ ਇਹ ਟੁੱਟੇ, ਨਾ ਮਲ ਲੱਗੇ, ਨਾ ਇਹ ਜਲੇ ਨਾ ਜਾਏ, ਇਹਦੀ ਵਿਚਾਰ ਕੱਲ੍ਹ ਨੂੰ। ਇੰਨੀਆਂ ਬੇਨਤੀਆਂ ਪ੍ਰਵਾਨ। ਅੱਜ ਮੈਂ ਇਹਨਾਂ 4 ਜਿਹੜੇ ਵਿਸ਼ਿਆਂ ਦੇ ਉੱਤੇ ਖਾਸ ਕਰਕੇ ਤਾਂ ਜ਼ੋਰ ਦਿੱਤਾ। ਇਸ ਕਥਾ ਨੂੰ 2-3 ਦਿਨ ਯਾਦ ਰੱਖਿਓ। ਇਹ ਦਇਆ, ਕਪਾਹ, ਸੰਤੋਖ, ਸੂਤ, ਜੱਤ, ਗੰਢੀ, ਸਤਵਟ, ਇਹ 4 ਦਿਨ 4 ਸਲੋਕਾਂ ਦੇ ਨਾਲ ਚੱਲਣੇ ਨੇ। ਇਹਨਾਂ ਨੂੰ ਯਾਦ ਰੱਖਾਂਗੇ ਤੇ ਗਾਂ ਅਰਥ ਕਰਨੇ ਸੌਖੇ ਹੋਣਗੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ। ਸਮੇਂ ਦੀ ਸਮਾਪਤੀ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ। ਦਇਆ, ਕਪਾਹ, ਸੰਤੋਖ, ਸੂਤ, ਜੱਤ, ਗੰਢੀ, ਸਤਵਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।